गुड आफ्टरनून स्टूडेंट्स। अज असीं फोर्स एंड लॉ ऑफ मोशन वाला जिहड़ा चैप्टर करांगे। ठीक है, बल अते गति दे नियम। फोर्स की हुंदी सब तो पहला, फोर्स इज़ अ पावर विच हैल्प्स टू मूव दी ऑबजैक्ट और स्टॉप दी ऑबजैक्ट। फोर्स ਉਹ ਵਾਲੀ ਤਾਕਤ ਹੁੰਦੀ ਹੈ ਜਿਹਦੇ ਨਾਲ ਅਸੀਂ ਕਿਸੇ ਵੀ ਵਸਤੂ ਨੂੰ ਜਿਹੜਾ ਵਾ ਗਤੀ ਵਿੱਚ ਲਿਆ ਸਕਦੇ ਹਾਂ ਜਾਂ ਫਿਰ ਕਿਸੇ ਵੀ ਜਿਹੜੀ ਕੋਈ ਵਸਤੂ ਗਤੀ ਕਰ ਰਹੀ ਹੈ ਨਾ ਉਹਨੂੰ ਰੋਕ ਸਕਦੇ ਹਾਂ। ਠੀਕ ਹੈ, ਇਹਦੀ ਐਗਜ਼ਾਮਪਲ ਥੱਲੇ ਦਿੱਤੀ ਆ। ਐਗਜ਼ਾਮਪਲ ਦਿੱਤੀ ਆ कि साढ़े को हुण जिद्दां कोई बॉल पई है, ठीक है, ਉਹਦੇ ਤੇ फोर्स अप्लाई की ਆਪਾਂ, बॉल ਜਿਹੜੀ मूव होण लग पई। ठीक है, थोड़ी जी फोर्स अप्लाई की ते बॉल ਜਿਹੜੀ मूव होण लग पई। ठीक है, ਇਹ एग्जाम्पल हैगी ही फोर्स दी। ठीक है, हुण अगे की है कि ਜਿਹੜੀ फोर्स आ दो तरीकिਆਂ ਦੀ ਹੁੰਦੀ आ, बैलेंस्ड फोर्स ते अनबैलेंस्ड फोर्स। ठीक है, बैलेंस्ड फोर्स किहड़ी, बैलेंस्ड फोर्स मतलब संतुलित बल ते अनबैलेंस्ड फोर्स मतलब अनसंतुलित बल। बैलेंस फोर्स की हुंदी, हुण बैलेंस फोर्स हुंदी आ कि जदों असीं किसी भी ऑबजैक्ट ते फोर्स अप्लाई करदे आ पर जिहड़ा वो ऑबजैक्ट है वो मूव नहीं करदा हैगा, ਉਹਨੂੰ ਅਸੀਂ बैलेंस्ड फोर्स ਕਹਿੰਦੇ ਆ। थल्ले लिखिਆ है कि जदों असीं किसी भी वस्तु ते बल लगाउंदे हां तां ਉਹ वस्तु गति विच नहीं आउंदी तां उसनूं ਅਸੀਂ संतुलित बल ਕਹਿੰਦੇ ਆ। ठीक है, एग्जाम्पल उत्ते दित्ती आ, एक बॉक्स आ साडे कोल। ठीक है, दो आदमी ਉਹਦੇ ਤੇ फोर्स लगाउंदे ने, एक आदमी इधरों फोर्स लगा रहा है, एक इधरों लगा रहा है। दोवें जिहड़ियां फोर्स आ वो आपस में जिहड़ी फोर्स है जिहड़ी इधरों भी लगन डी इधरों भी लगन डी आ, वो कैंसल आउट होई जा रही है ते ना बॉक्स इधर नूं मूव करन डिया ना इधर नूं, क्योंकि इत्थे टोटल फोर्स जिहड़ी हैगी आ वो जीरो हैगी आ। ठीक है, इस करके बॉक्स जिहड़ा मूव नहीं करेगा। एक होर एग्जाम्पल हैगी अपने कोल, एक पोल है साडे कोल। ठीक है, ਉਹਦੇ ਤੇ आदमी ਜਿਹੜਾ ਵਾ ਆਪਣੀ फोर्स लगाउण ਡਿਆ है कि ਉਹਨੂੰ मूव ਕਰਨ ਦੀ ਕੋਸ਼ਿਸ਼ ਕਰਨ ਡਿਆ ਵਾ फोर्स लगा के, पर थल्ले अर्थ अपनी ग्रेविटेशनल फोर्स लाउण डी आ। ਇਹ वाली फोर्स ते ਇਹ वाली फोर्स ਜਿਹੜੀ है ना वो कैंसल आउट होई जाण ਡੀਆਂ ने ते इत्थे भी टोटल फोर्स ਜਿਹੜੀ ਸਾਡੇ ਕੋਲ वो जीरो होण डी है। इस करके ਜਿਹੜਾ पोल है बिल्कुल भी मूव नहीं करेगा। ठीक है, अनबैलेंस्ड फोर्स की हुंदी, हुण मतलब अनसंतुलित बल की हुंदा है। ठीक है, when force apply on the object and object is moved is called unbalanced force। ठीक है, ਇਹਦੇ ਵਿੱਚ ਕੀ ਆ कि ਜਦੋਂ ਅਸੀਂ ਕਿਸੇ ਵੀ ਵਸਤੂ ਤੇ ਬਲ ਲਗਾਉਂਦੇ ਆ ਤੇ ਉਹ ਵਸਤੂ ਜਿਹੜੀ ਗਤੀ ਵਿੱਚ ਆ ਜਾਂਦੀ ਉਸ ਨੂੰ ਅਸੀਂ ਅਸੰਤੁਲਿਤ ਬਲ ਕਹਿੰਦੇ ਆ। ਇਹਦੇ ਵਿੱਚ ਟੋਟਲ ਫੋਰਸ ਜ਼ੀਰੋ ਨਹੀਂ ਹੁੰਦੀ ਹੈਗੀ। ਠੀਕ ਹੈ, ਹੁਣ ਐਗਜ਼ਾਮਪਲ ਇਹਦੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਸਾਨੂੰ ਕੋਲ ਇੱਕ ਪੈਨ ਆ। ਠੀਕ ਹੈ, ਤੇ ਪੈਨ ਜਿਹੜਾ ਵਾ ਉਹ ਪਿਆ ਵਾ ਤੇ ਹੁਣ ਅਸੀਂ ਇਹਦੇ ਤੇ ਫੋਰਸ ਅਪਲਾਈ ਕੀਤੀ। ਠੀਕ ਹੈ, ਥੋੜੀ ਜਿਹੀ ਫੋਰਸ ਅਪਲਾਈ ਕੀਤੀ ਤੇ ਉਹ ਜਿਹੜਾ ਪੈਨ ਆ ਉਹ ਮੂਵ ਹੋ ਗਿਆ। ਠੀਕ ਹੈ, ਇੱਥੇ ਕੀ ਆ कि मतलब ਜਿਹੜੀ बैलेंस्ड फोर्स हैगी ਉੱਥੇ ਅਸੀਂ फोर्स ਤੇ ਅਪਲਾਈ ਕਰਦੇ ਹਾਂ ਪਰ ਜਿਹੜਾ ऑब्जेक्ट है वो मूव नहीं होਣ ਡਿਆ ਕਿਉਂਕਿ ਉੱਥੇ टोटल फोर्स ਸਾਡੇ ਕੋਲ ਜ਼ੀਰੋ ਸੀ। ठीक है, क्योंकि ਦੋਨਾਂ ਪਾਸੇ ਤੋਂ फोर्स ਲੱਗਣ ਡੀ ਸੀ ਤੇ ਨਾ ऑब्जेक्ट ਐਨ मूव ਹੋ ਰਿਹਾ ਸੀ ਨਾ ਐ ਨੂੰ, ਇਸ ਕਰਕੇ ਇੱਥੇ टोटल फोर्स ਜ਼ੀਰੋ ਹੈਗੀ ਸੀ ਤੇ ऑब्जेक्ट ਬਿਲਕੁਲ ਵੀ मूव ਨਹੀਂ ਹੋਣ ਡਿਆ। ਇੱਥੇ ਜਿਹੜਾ ਵਾ टोटल फोर्स ਜ਼ੀਰੋ ਨਹੀਂ ਹੈਗੀ ਸਾਡੇ ਕੋਲ ਤੇ ਜਿਹੜਾ ਕੋਈ ਵੀ ऑब्जेक्ट ਲਵਾਂਗੇ ਉੱਥੇ फोर्स ਅਪਲਾਈ ਕਰਾਂਗੇ ਤੇ ਉਹ मूव ਹੋ ਜਾਏਗੀ। ठीक है, ਹੁਣ ਅਸੀਂ ਨਿਊਟਨਸ ਦੇ ਲੋ ਬਾਰੇ ਗੱਲ ਕਰਾਂਗੇ। ਠੀਕ ਹੈ, ਨਿਊਟਨਸ ਨੇ ਨਾ 3 ਲਾਅ ਦਿੱਤੇ ਸੀ ਆਪਣੇ ਮੋਸ਼ਨ ਦੇ, 3 ਲਾਅ ਦਿੱਤੇ ਸੀ। ਠੀਕ ਹੈ, ਫਸਟ ਲਾਅ ਆਫ ਮੋਸ਼ਨ ਕੀ ਹੈਗਾ ਸੀ, ਗਤੀ ਦਾ ਪਹਿਲਾ ਨਿਯਮ ਕੀ ਹੈਗਾ ਸੀ। ਸਭ ਤੋਂ ਪਹਿਲਾਂ ਇੰਗਲਿਸ਼ ਵਿੱਚ ਕੀ ਸੀ ਕਿ ਐਨ ਆਬਜੈਕਟ ਰਿਮੇਨ ਇਨ ਅ ਸਟੇਟ ਆਫ ਰੈਸਟ ਔਰ ਯੂਨੀਫਾਰਮ ਮੋਸ਼ਨ ਇਨ ਅ ਸਟ੍ਰੇਟ ਲਾਈਨ ਅਨਲੈਸ ਕੰਪੈਲਡ ਟੂ ਚੇਂਜ ਦੈਟ ਸਟੇਟ ਬਾਈ ਅਪਲਾਈਂਗ ਫੋਰਸ। ਉਹਨਾਂ ਨੇ ਇਹਦੇ ਵਿੱਚ ਕੀ ਕਿਹਾ ਵਾ ਕਿ ਕੋਈ ਵੀ ਵਸਤੂ ਜਿਹੜੇ ਵੀ ਉਹ ਆਪਣੀ ਸਟੇਟ ਵਿੱਚ ਪਈ ਹੈ ਨਾ, ਮਤਲਬ ਜੇ ਉਹ ਰੈਸਟ ਵਿੱਚ ਪਈ ਹੈ ਤਾਂ ਰੈਸਟ ਵਿੱਚ ਹੀ ਰਹੇਗੀ, ਜੇ ਉਹ ਮੋਸ਼ਨ ਵਿੱਚ ਹੈ ਤਾਂ ਉਹ ਮੋਸ਼ਨ ਵਿੱਚ ਹੀ ਰਹੇਗੀ ਜਦੋਂ ਤੱਕ ਉਹਦੇ 'ਤੇ ਕੋਈ ਅਸੀਂ ਫੋਰਸ ਨਹੀਂ ਅਪਲਾਈ ਕਰਾਂਗੇ। ਠੀਕ ਹੈ, ਥੱਲੇ ਵੇਖੋ ਕਿ ਗਤੀ ਦਾ ਪਹਿਲਾ ਨਿਯਮ ਇਹ ਕਹਿੰਦਾ ਹੈ ਕਿ ਕੋਈ ਵੀ ਵਸਤੂ ਜਿਹੜੀ ਵਿਰਾਮ ਅਵਸਥਾ ਵਿੱਚ ਪਈ ਹੈ ਜਾਂ ਫਿਰ ਗਤੀ ਕਰ ਰਹੀ ਹੈ ਉਹ ਓਨਾ ਚਿਰ ਉਸੇ ਅਵਸਥਾ ਵਿੱਚ ਰਹੇਗੀ ਜਦੋਂ ਤੱਕ ਉਸ ਉੱਤੇ ਕੋਈ ਬਲ ਨਹੀਂ ਲਗਾਇਆ ਜਾਏਗਾ। ਠੀਕ ਹੈ, ਉਹ ਆਪਣੀ ਅਵਸਥਾ ਉਦੋਂ ਹੀ ਬਦਲੇਗੀ ਜਦੋਂ ਉਹਦੇ ਉੱਤੇ ਕੋਈ ਅਸੀਂ ਫੋਰਸ ਜਿਹੜੀ ਆ ਅਪਲਾਈ ਕਰ ਦਿੰਦੇ ਆ। ਠੀਕ ਹੈ, ਅੱਗੇ ਫਸਟ ਲਾਅ ਆਫ ਮੋਸ਼ਨ ਨੂੰ ਅਸੀਂ ਲਾਅ ਆਫ ਇਨਰਸ਼ੀਆ ਵੀ ਕਹਿੰਦੇ ਆ। ਠੀਕ ਹੈ, ਲਾਅ ਆਫ ਇਨਰਸ਼ੀਆ ਕਿਉਂ ਕਹਿੰਦੇ ਆ, ਸਭ ਤੋਂ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਨਰਸ਼ੀਆ ਕੀ ਹੁੰਦਾ ਹੈ। ਇਨਰਸ਼ੀਆ ਜੜਤਾ, ਪੰਜਾਬੀ ਵਿੱਚ ਇਨਰਸ਼ੀਆ ਨੂੰ ਜੜਤਾ ਕਹਿੰਦੇ ਆ। ਠੀਕ ਹੈ, ਇਨਰਸ਼ੀਆ ਕੀ ਹੁੰਦਾ ਹੈ, the tendency of an object to stay at rest or keep moving with the same velocity is called inertia। ਮਤਲਬ ਕੋਈ ਵੀ ਅਵਸਥਾ ਜਿਹੜੀ ਵੀ ਉਹ ਆਪਣੀ ਮਤਲਬ ਜਾਂ ਰੈਸਟ ਵਿੱਚ ਪਈ ਹੈ ਜਾਂ ਫਿਰ ਉਹ ਮੂਵ ਕਰਦੀ ਆ, ਆਪਣੀ ਜਿਹੜੀ ਸਟੇਟ ਅਵਸਥਾ ਜਿਹੜੀ ਉਹਨੂੰ ਬਦਲਣਾ ਨਹੀਂ ਚਾਹੁੰਦੀ। ਠੀਕ ਹੈ, ਮਤਲਬ ਕਿ ਜਿਹੜੀ ਵੀ ਉਹ ਅਵਸਥਾ ਵਿੱਚ ਪਈ ਹੈ ਨਾ ਉਹ ਆਪਣੀ ਅਵਸਥਾ ਨੂੰ ਬਦਲਣ ਤੋਂ ਰੋਕਦੀ ਹੈ। ਠੀਕ ਹੈ, ਇਹਨੂੰ ਇਨਰਸ਼ੀਆ ਕਹਿੰਦੇ ਆ, ਮਤਲਬ ਪੰਜਾਬੀ ਵਿੱਚ ਜੜਤਾ ਕਹਿੰਦੇ ਆ।
ठीक है। एग्जाम्पल हुण पहली एग्जाम्पल में उन्होंने की किया वा कि असीं एक पैन है उत्ते फोर्स अप्लाई की, वो ईजीली जिहड़ा वा मूव हो गया। ठीक है। दूजी एग्जाम्पल है कि असीं बुक लै ली, उहदे ते फोर्स अप्लाई की, बुक भी मूव हो गई, पर जिन्नी दूर मूव हो के पैन गया बुक उन्नी दूर मतलब मूव हो के नहीं गई, क्योंकि जिहड़ी पैन आ वो भारी, जिहड़ा पैन आ वो हौला वा ते जिहड़ी बुक आ वो भारी है। ठीक है। हुण इस करके बुक दा जिहड़ा इनर्शिया वो ज़्यादा होएगा पैन दे इनर्शिया नालों, क्योंकि जिहड़ा इनर्शिया हुंदा वा वो डायरैक्टली प्रपोर्शनल हुंदा वा मास नूं। मास दे मास की हुंदा साडे कोल जिहड़ा पुंज हुंदा वा, ठीक है, किसी भी वस्तु दा डायरैक्टली प्रपोर्शनल हुंदा मास दे। इस करके कि जिन्ना ज़्यादा किसी चीज़ दा मास होएगा उन्ना ज़्यादा उहदा इनर्शिया होवेगा। ठीक है। इस करके बुक दा मास ज़्यादा वा ते उहदा इनर्शिया भी जिहड़ा वा ज़्यादा होएगा, ते जिहड़ा वा पैन दा मास घट्ट है, इस करके उहदा इनर्शिया भी जिहड़ा घट्ट होएगा। जिहड़ा इनर्शिया हुंदा हर एक ऑब्जैक्ट दा वक्खरा वक्खरा हुंदा है। ठीक है। अज्ज असीं पढ़िया कि फोर्स की हुंदी आ, फोर्स दियां फिर 2 टाइप्स, फोर्स की हुंदी आ 2 टाइप्स ऑफ फोर्स, बैलेंस फोर्स ते अनबैलेंस फोर्स की हुंदी आ। ठीक है। फिर असीं अग्गे न्यूटन्स दे लॉ पढ़े। ठीक है। अज्ज असीं सिर्फ फर्स्ट लॉ ऑफ मोशन ही पढ़िया वा, बाकी असीं 2 जिहड़े लॉ वा वो कल करांगे। ठीक है। थैंक यू।